नमस्कार। खबरां दे इस बुलेटिन च तुहाडा स्वागत। मैं हां परमिंदर कौर। पहलां पेश ने चोणवीआं खबरां। पश्चिमी बंगाल, असम, केरल, तमिलनाडु ते पुडुचेरी च वोटिंग जारी। चोण कमिशन ਵੱਲੋਂ आज़ाद ਅਤੇ पारदर्शी ढंग नाल वोटिंग यकीनी बनाउण लई कीते गए ने विशेष उपराले। कोविड-19 व्यवहार बारे अज तो देश 'च एक विशेष मुहिम की शुरुआत की जा रही है। 100% मास्क पाउण, व्यक्तिगत स्वच्छता, जनतक ਅਤੇ ਕੰਮਕਾਜ ਵਾਲੀਆਂ ਥਾਵਾਂ ਸਮੇਤ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਅਦਾਰਿਆਂ ਦੀ ਸਾਫ਼ ਸਫਾਈ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। आज़ादी का अमृत महोत्सव तहत चलाई गई डांडी यात्रा 25 दिनों दौरान 390 किलोमीटर लंबा सफर तय करके अज मुकम्मल होगी। प्रधानमंत्री नरेंद्र मोदी बुधवार को शाम 7 बजे परीक्षा पे चर्चा दौरान विद्यार्थियों उन्होंने मापियां ते अध्यापकों नाल गलबात करेंगे। भारतीय रिजर्व बैंक वालों पंजाब च हाड़ी के मंडीकरण सीजन लिए 21,658 करोड़ रुपए तो वध की नगद कर्जा हद नूं प्रवानगी दी गई। पंजाब च कोरोना ने 72 होर जानां लईआं। 2,714 नवे मामलों की पुष्टि हुई। ते हुण खबरां विस्तार नाल। असम ਅਤੇ पश्चिमी बंगाल च विधान सभा चोणां दे तीजे गेड़ ਅਤੇ केरल, तमिलनाडु ਤੇ पुडुचेरी च ਇੱਕੋ गेड़ तहत हो रही वोटिंग करड़े सुरक्षा प्रबंधां हेठ जारी है। वोटां पाउण दा काम सवेरे 7 वजे तो शुरू हो गया, जिस दे चलदिआं पोलिंग स्टेशनां ते वड्डी गिणती च वोटरां दी आमद देखण नूं मिल रही है। तमिलनाडु दी कन्याकुमारी लोक सभा सीट ਅਤੇ केरल दे मलपुरम संसदी सीट ਲਈ भी अज ही वोटां पाईआं जा रਹੀਆਂ ਨੇ। चोण कमिशन ਵੱਲੋਂ आज़ाद, पारदर्शी ਅਤੇ शांतिपूर्ण ढंग नाल वोटिंग यकीनी बनाउਣ ਲਈ हरेक पोलिंग स्टेशन ते इलैक्ट्रॉनिक वोटिंग मशीन यानी EVM ਦੇ ਨਾਲ-ਨਾਲ वोटर पुष्टि पर्ची यानी VVPAT ਦੀ ਵਰਤੋਂ ਨੂੰ ਯਕੀਨੀ ਬਣਾਇਆ ਗਿਆ। ਕੋਵਿਡ-19 ਮਹਾਮਾਰੀ ਦੀ ਤਾਜ਼ਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਪੋਲਿੰਗ ਸਟੇਸ਼ਨ ਤੇ ਹੁਣ 1,500 ਦੀ ਥਾਂ ਤੇ ਸਿਰਫ 1,000 ਵੋਟਰ ਹੀ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰ ਸਕਣਗੇ ਤੇ ਪੋਲਿੰਗ ਸਟੇਸ਼ਨ ਤੇ ਪੀਣ ਵਾਲੇ ਪਾਣੀ, ਪਖਾਨੇ ਅਤੇ ਵੇਟਿੰਗ ਰੂਮ ਵਰਗੀਆਂ ਲੋੜੀਂਦੀਆਂ ਸਹੂਲਤਾਂ ਦੇ ਨਾਲ-ਨਾਲ ਬਜ਼ੁਰਗਾਂ ਤੇ ਦਿਵਿਆਂਗਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਪੋਲਿੰਗ ਸਟੇਸ਼ਨਾਂ ਦੇ ਦਾਖਲਾ ਦਰਵਾਜ਼ਿਆਂ ਤੇ ਸੈਨੀਟਾਈਜ਼ੇਸ਼ਨ ਅਤੇ ਥਰਮਲ ਚੈਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ। ਅਸਮ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਗੇੜ ਦੌਰਾਨ 12 ਜ਼ਿਲ੍ਹਿਆਂ 'ਚ ਪੈਂਦੀਆਂ 40 ਸੀਟਾਂ ਤੇ 25 ਮਹਿਲਾ ਉਮੀਦਵਾਰਾਂ ਸਮੇਤ ਕੁੱਲ 337 ਉਮੀਦਵਾਰ ਚੋਣ ਮੈਦਾਨ ਵਿੱਚ ਨੇ। 39,07,000 ਔਰਤਾਂ ਸਮੇਤ ਕੁੱਲ 79 ਲੱਖ ਤੋਂ ਵੱਧ ਵੋਟਰ ਇਹਨਾਂ ਉਮੀਦਵਾਰਾਂ ਦੀ ਸਿਆਸਤੀ ਕਿਸਮਤ ਦਾ ਫੈਸਲਾ ਕਰਨਗੇ। ਇਸ ਗੇੜ ਦੀ ਵੋਟਿੰਗ ਲਈ 11,401 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਪੱਛਮੀ ਬੰਗਾਲ 'ਚ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 6:30 ਵਜੇ ਤੱਕ ਜਾਰੀ ਰਹੇਗੀ। ਤੀਜੇ ਗੇੜ ਤਹਿਤ 31 ਸੀਟਾਂ ਤੇ ਵੋਟਿੰਗ ਹੋ ਰਹੀ ਹੈ। ਇਹ ਸੀਟਾਂ 3 ਜ਼ਿਲ੍ਹਿਆਂ ਹੁਗਲੀ, ਹਾਵੜਾ ਤੇ ਦੱਖਣ 24 ਪਰਗਨਾ 'ਚ ਪੈਂਦੀਆਂ ਨੇ। 13 ਮਹਿਲਾ ਉਮੀਦਵਾਰਾਂ ਸਣੇ 205 ਉਮੀਦਵਾਰ ਇਸ ਗੇੜ ਤਹਿਤ ਆਪਣੀ ਸਿਆਸੀ ਕਿਸਮਤ ਅਜਮਾ ਰਹੇ ਨੇ। ਇੱਕੋ ਗੇੜ ਤਹਿਤ ਤਮਿਲਨਾਡੂ ਦੀਆਂ 234, ਕੇਰਲ ਦੀਆਂ 140 ਅਤੇ ਪੁਡੁਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੀ ਵੋਟਾਂ ਪਾਈਆਂ ਜਾ ਰਹੀਆਂ ਨੇ। कोविड-19 उचित व्यवहार बारे जागरूकता लियाउण लई अज तो एक विशेष मुहिम की शुरुआत की जा रही है, जिस 100% मास्क पाउण, व्यक्तिगत स्वच्छता, जनतक ਅਤੇ ਕੰਮ ਕਰਨ ਵਾਲੀਆਂ ਥਾਵਾਂ ਸਮੇਤ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਅਦਾਰਿਆਂ ਦੀ ਸਾਫ਼ ਸਫਾਈ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਹ ਵਿਸ਼ੇਸ਼ ਮੁਹਿਮ ਇਸ ਮਹੀਨੇ ਦੀ 14 ਤਰੀਕ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹਾਲ ਹੀ 'ਚ ਹੋਈ ਇੱਕ ਮੀਟਿੰਗ ਦੌਰਾਨ ਉਹਨਾਂ ਜ਼ੋਰ ਦੇ ਕੇ ਕਿਹਾ ਸੀ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਅਤੇ ਕੋਵਿਡ-19 ਪ੍ਰਬੰਧਨ ਵਿੱਚ ਉਹਨਾਂ ਦੀ ਹਿੱਸੇਦਾਰੀ ਯਕੀਨੀ ਬਣਾਉਣਾ ਸਭ ਤੋਂ ਅਹਿਮ ਹੈ। ਮੀਟਿੰਗ ਦੌਰਾਨ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਕੋਵਿਡ-19 ਮਾਮਲਿਆਂ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਇੱਕ ਕਾਰਨ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨਾ ਕਰਨਾ ਵੀ ਹੈ, ਜਿਸ 'ਚ ਮਾਸਕ ਨਾ ਪਾਉਣਾ ਤੇ 2 ਗਜ ਦੀ ਦੂਰੀ ਵਰਗੇ ਨਿਯਮਾਂ ਦੀ ਅਣਦੇਖੀ ਕਰਨਾ ਸ਼ਾਮਿਲ ਹੈ। आज़ादी के अमृत महोत्सव तहत चलाई जा रही डांडी यात्रा अज मुकम्मल हो जाएगी। प्रधानमंत्री नरेंद्र मोदी वालों इस यात्रा की शुरुआत 12 मार्च 2021 ਨੂੰ अहमदाबाद के साबरमती आश्रम तो की गई सी। 25 दिनों दौरान इस डांडी यात्रा ने 390 किलोमीटर लंबा सफर तय किया। जन समर्पित इस यात्रा च कई थावां ते हज़ारां की गिनती च लोग शामिल हुए। समाप्ति समागम अज सवेरे 10:30 बजे तो गुजरात के डांडी च पैंदे कौमी नमक सत्याग्रह समागम नेड़े करवाए जाणगे। इन्हां समागमां दौरान प्रार्थना मंदिर ਅਤੇ कौमी नमक सत्याग्रह यादगार च महात्मा गांधी ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। प्रार्थना मंदिर ਵਿੱਚ ਉਪ ਰਾਸ਼ਟਰਪਤੀ M ਵੈਂਕਈਆ ਨਾਇਡੂ ਵੱਲੋਂ डांडी पैदल यात्रा 'ਚ ਹਿੱਸਾ ਲੈਣ ਵਾਲਿਆਂ ਨਾਲ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸੱਭਿਆਚਾਰਕ ਸਮਾਗਮ ਵੀ ਕਰਵਾਏ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਦੇਸ਼ ਭਰ ਦੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਵਰਕਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਜਾਵੇਗਾ। ਸਥਾਪਨਾ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ 'ਚ ਬੂਥ ਪੱਧਰ ਤੇ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਨੇ, ਜਿਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਭਾਜਪਾ ਦੀਆਂ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਦੇਸ਼ ਭਰ 'ਚ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ 7 ਅਪ੍ਰੈਲ ਨੂੰ ਸ਼ਾਮੀ 7 ਵਜੇ ਪ੍ਰੀਖਿਆ ਪੇ ਚਰਚਾ 2021 ਦੌਰਾਨ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਇਹ ਗੱਲਬਾਤ ਵਰਚੁਅਲ ਢੰਗ ਨਾਲ ਹੋਵੇਗੀ। ਇੱਕ ਟਵੀਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਖ-ਵੱਖ ਵਿਸ਼ਿਆਂ ਤੇ ਦਿਲਚਸਪ ਸਵਾਲਾਂ ਬਾਰੇ ਪ੍ਰੀਖਿਆ ਯੋਧਿਆਂ, ਅਧਿਆਪਕਾਂ ਤੇ ਮਾਪਿਆਂ ਨਾਲ ਯਾਦਗਾਰ ਗੱਲਬਾਤ ਹੋਵੇਗੀ। ਪ੍ਰੀਖਿਆ ਪੇ ਚਰਚਾ ਵਿਦਿਆਰਥੀਆਂ ਲਈ ਤਣਾਅ ਮੁਕਤ ਮਾਹੌਲ ਸਿਰਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਐਗਜ਼ਾਮ ਵਾਰੀਅਰ ਨਾਂ ਦੇ ਇੱਕ ਵੱਡੇ ਪਲੇਟਫਾਰਮ ਦਾ ਹਿੱਸਾ ਹੈ। ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਨਿਜਾਤ ਦਿਵਾਉਣ ਦੇ ਉਪਾਅ ਸੁਝਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਲਿੰਕ ਵੀ ਸ਼ੇਅਰ ਕੀਤੇ। ਨਮਸਤੇ ਦੋਸਤੋ, ਤੁਸੀਂ ਜਾਣਦੇ ਹੋ ਪਿਛਲੇ 1 ਸਾਲ ਤੋਂ ਕੋਰੋਨਾ ਦੇ ਵਿਚਕਾਰ ਅਸੀਂ ਜੀ ਰਹੇ ਹਾਂ ਅਤੇ ਉਸ ਦੀ ਵਜ੍ਹਾ ਕਰਕੇ ਤੁਹਾਡੇ ਨਾਲ ਮਿਲਣ ਦਾ ਮੋਹ ਸਾਨੂੰ ਛੱਡਣਾ ਪੈ ਰਿਹਾ ਹੈ ਅਤੇ ਮੈਨੂੰ ਵੀ ਇੱਕ ਨਵੇਂ ਫਾਰਮੈਟ ਵਿੱਚ ਤੁਹਾਡੇ ਵਿਚਕਾਰ ਆਉਣਾ ਪੈ ਰਿਹਾ ਹੈ। ਇਹ ਪਰੀਖਿਆ ਪੇ ਚਰਚਾ ਦਾ ਪਹਿਲਾ वर्चुअल एडिशन है। मोदी जी करनगे परीक्षा नूं अफसर विच तब्दील। समस्या तदों हुंदी है जदों असी एग्जाम नूं ही जिस तरह जिंदगी दे सुपनियां दा अंत मान लैंदे हां। दरअसल एग्जाम जिंदगी नूं घड़न दा एक अवसर है। मोदी जी करनगे बच्चियां नाल दोस्त बन के गल। ਇਹ ਰਾਏ ਇਹ ਪੀਐਮ ਦੇ ਰੂਪ ਵਿੱਚ ਮੈਂ ਨਹੀਂ ਦੇ ਰਿਹਾ, ਲੇਕਿਨ ਇੱਕ ਦੋਸਤ ਦੇ ਰੂਪ ਵਿੱਚ ਮੈਂ ਦੱਸ ਰਿਹਾ। ਅਤੇ ਪੁੱਛਣਗੇ ਪੇਰੈਂਟਸ ਅਤੇ ਟੀਚਰਸ ਦਾ ਵੀ ਹਾਲ ਚਾਲ। ਤੁਹਾਡੀ ਸੋਚ ਮੇਰੀ ਸੋਚ, ਤੁਹਾਡੇ ਇਰਾਦੇ ਮੇਰੇ ਇਰਾਦੇ, ਅਸੀਂ ਨਾਲ ਹੀ ਆ। ਮੋਦੀ ਜੀ ਦਵਾਣਗੇ ਤਣਾਅ ਤੋਂ ਮੁਕਤੀ। ਮੇਰੇ ਦੋਸਤ ਕੀ ਕਹਿਣਗੇ, ਮੰਮੀ ਪਾਪਾ ਕੀ ਕਹਿਣਗੇ, ਉਹ ਤਣਾਅ ਕਦੇ-ਕਦੇ ਬੋਝ ਬਣ ਜਾਂਦਾ ਹੈ। ਮੋਦੀ ਜੀ ਜਗਾਉਣਗੇ ਬੱਚਿਆਂ ਵਿੱਚ ਨਵੀਂ ਸ਼ਕਤੀ। ਵੇਖੋ ਦੋਸਤੋ, ਖਾਲੀ ਸਮਾਂ ਇਸ ਨੂੰ ਖਾਲੀ ਨਾ ਸਮਝੋ, ਇਹ ਖਜ਼ਾਨਾ ਹੈ, ਖਜ਼ਾਨਾ। ਪਾਰ ਹੋਣਗੀਆਂ ਬਾਧਾਵਾਂ, ਖੋਜਾਂਗੇ ਨਵੀਂ ਦਿਸ਼ਾਵਾਂ। ਚੰਗੀ ਕਿਤਾਬ, ਚੰਗੀ ਮੂਵੀਜ਼, ਚੰਗੀਆਂ ਕਹਾਣੀਆਂ, ਚੰਗੀਆਂ ਕਵਿਤਾਵਾਂ, ਚੰਗੇ ਮੁਹਾਵਰੇ ਜਾਂ ਚੰਗਾ ਅਨੁਭਵ, ਇਹ ਸਭ ਇੱਕ ਤਰ੍ਹਾਂ ਦੇ ਟ੍ਰੇਨਿੰਗਸ ਦੇ ਟੂਲਸ ਨੇ। ਆਓ ਕਰਦੇ ਹਾਂ ਨਵੇਂ ਢੰਗ ਨਾਲ ਪਰੀਖਿਆ ਤੇ ਚਰਚਾ ਵਰਚੁਅਲੀ। ਇਹ ਪਰੀਖਿਆ पे चर्चा है, लेकिन सिर्फ परीक्षा दी ही चर्चा नहीं है। आओ करते हैं परीक्षा ते चर्चा 7 अप्रैल 2021 बुधवार शाम 7 ਵਜੇ टीवी चैनलों ਅਤੇ डिजिटल मीडिया ਤੇ ਕਈ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ। ਭਾਰਤੀ ਰਿਜ਼ਰਵ ਬੈਂਕ ਵੱਲੋਂ ਪੰਜਾਬ ਨੂੰ ਅਗਲੇ ਹਾੜੀ ਮੰਡੀਕਰਨ ਸੀਜ਼ਨ ਲਈ 30 ਅਪ੍ਰੈਲ ਤੱਕ ਲਈ 21,658 ਕਰੋੜ ਰੁਪਏ ਤੋਂ ਵੱਧ ਦੀ ਕੈਸ਼ ਕ੍ਰੈਡਿਟ ਹੱਦ ਪ੍ਰਵਾਨ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸੀਜ਼ਨ ਦੌਰਾਨ 132 ਲੱਖ ਟਨ ਕਣਕ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ। ਇੱਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਬੀਆਈ ਵੱਲੋਂ ਜਾਰੀ ਕੀਤੀ CCL ਸੂਬਾ ਸਰਕਾਰ ਨੂੰ ਮੌਜੂਦਾ ਸੀਜ਼ਨ ਜਿਹੜਾ 10 ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗਾ ਦੌਰਾਨ ਕਿਸਾਨਾਂ ਨੂੰ ਅਨਾਜ ਦੀ ਖਰੀਦ ਬਦਲੇ ਵੇਲੇ ਸਿਰ ਅਦਾਇਗੀ ਕਰਨ 'ਚ ਸਹਾਈ ਹੋਵੇਗੀ। ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1975 ਰੁਪਏ ਫੀ ਕੁਇੰਟਲ ਨਿਰਧਾਰਿਤ ਕੀਤਾ ਹੈ, ਜਿਹੜਾ ਪਿਛਲੇ ਸਾਲ ਫੀ ਕੁਇੰਟਲ 1925 ਨਾਲੋਂ 50 ਰੁਪਏ ਵੱਧ ਨੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਕੋਵਿਡ-19 ਮਹਾਮਾਰੀ ਦੇ ਚਲਦਿਆਂ ਅਨਾਜ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ 'ਚ ਕਰੋਨਾ ਦੇ ਨਵੇਂ ਮਾਮਲੇ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਰੁਝਾਨ ਲਗਾਤਾਰ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ 72 ਹੋਰ ਮਰੀਜ਼ਾਂ ਦੀ ਕਰੋਨਾ ਮਹਾਮਾਰੀ ਨਾਲ ਮੌਤ ਹੋਈ ਹੈ, ਜਦਕਿ 2714 ਨਵੇਂ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ। ਬੀਤੇ ਦਿਨੀ ਹੁਸ਼ਿਆਰਪੁਰ 'ਚ ਸਭ ਤੋਂ ਵੱਧ 11 ਮੌਤਾਂ ਦਰਜ ਹੋਈਆਂ ਨੇ। ਲੁਧਿਆਣਾ ਤੇ ਗੁਰਦਾਸਪੁਰ ਵਿੱਚ 8-8, ਜਲੰਧਰ ਅਤੇ ਕਪੂਰਥਲਾ ਵਿੱਚ 7-7 ਮੌਤਾਂ ਦਰਜ ਕੀਤੀਆਂ ਗਈਆਂ ਨੇ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਿਕ ਸੂਬੇ 'ਚ ਹੁਣ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 25419 ਦਰਜ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਮਹਾਮਾਰੀ ਨਾਲ 7155 ਮੌਤਾਂ ਹੋ ਚੁੱਕੀਆਂ ਨੇ। ਪਿਛਲੇ 24 ਘੰਟਿਆਂ ਦੌਰਾਨ 2515 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ। ਮੋਹਾਲੀ 'ਚ ਇਸ ਵੇਲੇ ਕਰੋਨਾ ਦੇ 3764 ਐਕਟਿਵ ਮਾਮਲੇ ਨੇ। ਜਲੰਧਰ 'ਚ ਕਰੋਨਾ ਦੇ 3259, ਅੰਮ੍ਰਿਤਸਰ ਵਿੱਚ 3178, ਲੁਧਿਆਣਾ 'ਚ 2835, ਪਟਿਆਲਾ ਵਿੱਚ 2479, ਹੁਸ਼ਿਆਰਪੁਰ ਵਿੱਚ 1494, ਬਠਿੰਡਾ ਵਿੱਚ 1338 ਅਤੇ ਗੁਰਦਾਸਪੁਰ ਵਿੱਚ 1034 ਮਰੀਜ਼ ਜੇਰੇ ਇਲਾਜ ਨੇ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਹੈ ਕਿ ਕੋਵਿਡ-19 ਟੀਕਾਕਰਨ, ਸੈਂਪਲਿੰਗ ਅਤੇ ਟੈਸਟਿੰਗ ਲਈ ਜ਼ਿਲ੍ਹਾ ਪੱਧਰੀ ਹਫ਼ਤਾਵਾਰੀ ਟੀਚੇ ਨਿਰਧਾਰਿਤ ਕਰਨ ਅਤੇ ਨਿਰਧਾਰਿਤ ਟੀਚਿਆਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇ। ਚੰਡੀਗੜ੍ਹ 'ਚ ਕੋਵਿਡ ਟੀਕਾਕਰਨ ਬਾਰੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਹਸਪਤਾਲਾਂ 'ਚ ਬਣਾਏ ਗਏ ਟੀਕਾਕਰਨ ਕੇਂਦਰਾਂ ਦੇ ਨਾਲ-ਨਾਲ ਮੋਬਾਈਲ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਨੇ। ਉਨ੍ਹਾਂ ਦੱਸਿਆ ਕਿ ਸੂਬੇ 'ਚ ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ 6,51,363 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਤੇ 6536 ਲਾਭਪਾਤਰੀਆਂ ਨੂੰ ਕੋਵਿਡ ਰੋਕੂ ਦੂਜਾ ਟੀਕਾ ਵੀ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਵਧੇਰੇ ਖਤਰੇ ਵਾਲੇ ਇਲਾਕਿਆਂ 'ਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ ਹੈ। ਇਸ ਤੋਂ ਇਲਾਵਾ ਨਿੱਜੀ ਲੈਬਾਂ ਤੇ ਕੋਵਿਡ ਟੈਸਟਿੰਗ ਦੀ ਸਥਿਤੀ ਅਤੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦੀ ਵੀ ਹਦਾਇਤ ਕੀਤੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਨਵੀਂ ਦਿੱਲੀ 'ਚ ਵਰਚੁਅਲ ਢੰਗ ਨਾਲ ਤਾਲਮੇਲ ਵਾਲੇ ਸਿਹਤ ਸੂਚਨਾ ਪਲੇਟਫਾਰਮ ਦੀ ਸ਼ੁਰੂਆਤ ਕੀਤੀ। ਇਹ ਪਲੇਟਫਾਰਮ ਮੌਜੂਦਾ ਇੰਟੀਗ੍ਰੇਟਿਡ ਰੋਗ ਨਿਗਰਾਨੀ ਪ੍ਰੋਗਰਾਮ ਦਾ ਇੱਕ ਆਧੁਨਿਕ ਰੂਪ ਹੈ। ਇਸ ਮੌਕੇ ਬੋਲਦੇ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਬਿਮਾਰੀਆਂ ਦੀ ਨਿਗਰਾਨੀ ਲਈ ਇਸ ਤਰ੍ਹਾਂ ਦੇ ਸੁਚੱਜੇ ਢੰਗ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦੀ ਨਿਗਰਾਨੀ ਲਈ ਅਜਿਹੇ ਪਲੇਟਫਾਰਮ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਨਵੇਂ ਢੰਗ ਨਾਲ ਡਾਟਾ ਦਾਖਲ ਕਰਨ ਦੇ ਨਾਲ-ਨਾਲ ਬਿਮਾਰੀਆਂ ਤੇ ਨਿਗਰਾਨੀ ਰੱਖਣ ਵਾਲੇ ਪ੍ਰੋਗਰਾਮਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣਾ ਪਲੇਟਫਾਰਮ ਸਿਰਫ 18 ਬਿਮਾਰੀਆਂ ਦੀ ਹੀ ਨਿਗਰਾਨੀ ਕਰਦਾ ਸੀ, ਜਦਕਿ ਨਵਾਂ ਪਲੇਟਫਾਰਮ 33 ਬਿਮਾਰੀਆਂ ਦੀ ਨਿਗਰਾਨੀ ਕਰਨ ਯੋਗ ਹੈ। ਇਸ ਪ੍ਰਣਾਲੀ ਤਹਿਤ ਬਿਮਾਰੀਆਂ ਨਾਲ ਸੰਬੰਧਿਤ ਅੰਕੜੇ ਡਿਜੀਟਲ ਤੌਰ ਤੇ ਫੌਰੀ ਉਪਲਬਧ ਹੋ ਸਕਣਗੇ। ਡੀਡੀ ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਤੇ ਉਪਲਬਧ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪੱਛਮੀ ਬੰਗਾਲ, ਅਸਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ 'ਚ ਵੋਟਿੰਗ ਜਾਰੀ। ਚੋਣ ਕਮਿਸ਼ਨ ਵੱਲੋਂ ਆਜ਼ਾਦ ਅਤੇ ਪਾਰਦਰਸ਼ੀ ਢੰਗ ਨਾਲ ਵੋਟਿੰਗ ਯਕੀਨੀ ਬਣਾਉਣ ਲਈ ਕੀਤੇ ਗਏ ਨੇ ਵਿਸ਼ੇਸ਼ ਉਪਰਾਲੇ। ਕੋਵਿਡ-19 ਵਿਵਹਾਰ ਬਾਰੇ ਅੱਜ ਤੋਂ ਦੇਸ਼ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 100% ਮਾਸਕ ਪਾਉਣ, ਵਿਅਕਤੀਗਤ ਸਵੱਛਤਾ, ਜਨਤਕ ਅਤੇ ਕੰਮਕਾਜ ਵਾਲੀਆਂ ਥਾਵਾਂ ਸਮੇਤ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਅਦਾਰਿਆਂ ਦੀ ਸਾਫ਼ ਸਫਾਈ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਚਲਾਈ ਗਈ ਡਾਂਡੀ ਯਾਤਰਾ 25 ਦਿਨਾਂ ਦੌਰਾਨ 390 ਕਿਲੋਮੀਟਰ ਲੰਬਾ ਸਫ਼ਰ ਤੈਅ ਕਰਕੇ ਅੱਜ ਮੁਕੰਮਲ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਸ਼ਾਮ 7 ਵਜੇ ਪ੍ਰੀਖਿਆ ਪੇ ਚਰਚਾ ਦੌਰਾਨ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਭਾਰਤੀ ਰਿਜ਼ਰਵ ਬੈਂਕ ਵੱਲੋਂ ਪੰਜਾਬ 'ਚ ਹਾੜੀ ਦੇ ਮੰਡੀਕਰਨ ਸੀਜ਼ਨ ਲਈ 21,658 ਕਰੋੜ ਰੁਪਏ ਤੋਂ ਵੱਧ ਦੀ ਨਗਦ ਕਰਜ਼ਾ ਹੱਦ ਨੂੰ ਪ੍ਰਵਾਨਗੀ ਦਿੱਤੀ ਗਈ। ਪੰਜਾਬ 'ਚ ਕਰੋਨਾ ਨੇ 72 ਹੋਰ ਜਾਨਾਂ ਲਈਆਂ। 2714 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਤੇ ਇਸ ਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।